वाहिगुरू जी का खालसा वाहिगुरू जी की फतेह। गल करनी है रजिस्ट्रेशन फॉर रेफरेंडम 2020 जो कि सिख फॉर जस्टिस वालों 4 जुलाई तो करवाया जा रहा है। ਇਹਦੇ ਵਿੱਚ ਹੁਣ ਭਾਰਤ ਸਰਕਾਰ ਨੇ SFJ ਦੇ ਅਗੇਂਸਟ ਵਿੱਚ ਬਹੁਤ ਵੱਡੀ ਕਾਰਵਾਈ ਕਰਨ ਦੀ ਜਿਹੜੀ ਹੈ ਉਹ ਪਲਾਨ ਕੀਤੀ ਹੈ। ਔਰ ਇਹਦੇ ਵਿੱਚ ਜਿਹੜੇ ਸਾਡੇ ਜਿਹੜੇ ਸਿੱਖ ਆਗੂ ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਉਹਨਾਂ ਦਾ ਕੀ ਰੋਲ ਰਿਹਾ ਹੈ, ਉਹ ਕਿੱਥੇ ਹੈ, ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਸਿੱਖ ਫਾਰ ਜਸਟਿਸ ਵੱਲੋਂ 4 ਜੁਲਾਈ ਤੋਂ ਪੰਜਾਬ ਤੇ ਪੂਰੇ ਭਾਰਤ ਵਿੱਚ ਰਜਿਸਟ੍ਰੇਸ਼ਨ ਫਾਰ ਰੈਫਰੈਂਡਮ ਸ਼ੁਰੂ ਕੀਤਾ ਹੋਇਆ ਹੈ। ਇਹਦੇ ਵਿੱਚ ਜਿਹੜੇ ਹੈ ਸਾਡੇ ਜਿਹੜੇ ਸਿੱਖ ਆਗੂਆਂ ਦੇ ਜਿਹੜੇ ਚਿਹਰੇ ਹੈ ਉਹ ਵੀ ਬੜੇ ਸਾਫ਼ ਕਲੀਅਰ ਹੋ ਗਏ, ਜਿਨ੍ਹਾਂ ਨੂੰ ਸਿੱਖ ਆਪਣੇ ਜਿਹੜਾ ਹੈ ਲੀਡਰ ਸਮਝਦੇ ਸੀ, ਆਪਣੇ ਹਮਾਇਤੀ ਸਮਝਦੇ ਸੀ, ਜਿਨ੍ਹਾਂ ਦੇ ਵਿੱਚ ਇਸ ਜਿਹੜਾ ਹੈ ਰੈਫਰੈਂਡਮ ਜਦੋਂ ਤੋਂ ਸ਼ੁਰੂ ਹੋਇਆ ਕਈ ਸਾਰੇ ਜਿਹੜੇ ਹੈ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ, UAPA ਤਹਿਤ ਕੇਸ ਦਰਜ ਕੀਤੇ ਗਏ, ਉਹਨਾਂ ਤੋਂ ਪੁਲਿਸ ਸਟੇਸ਼ਨ ਦੇ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਉਹਨਾਂ ਨੂੰ ਹਿਊਮਿਲੀਏਟ ਕੀਤਾ ਜਾ ਰਿਹਾ ਹੈ, ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਹੁਣ ਤੱਕ ਜਿਹੜਾ ਹੈ ਇਹਨਾਂ ਦੇ ਵਿੱਚੋਂ ਕੌਣ ਜਿਹੜਾ ਹੈ ਚੁੱਪ ਰਹੇ ਹੈ। ਇਹ ਚੁੱਪ ਕਿਉਂ ਹਨ? ਇਹ ਜੋ ਵੀ ਇਹ ਰਜਿਸਟ੍ਰੇਸ਼ਨ ਫਾਰ ਰੈਫਰੈਂਡਮ SFJ ਵੱਲੋਂ ਕਰਾਇਆ ਜਾ ਰਿਹਾ ਹੈ ਇਹ ਨੌਨ ਆਫੀਸ਼ੀਅਲ ਹੈ, ਇਹ ਨੌਨ ਬਾਈਂਡਿੰਗ ਹੈ, ਇਹ 20 ਕੰਟਰੀਆਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਪੰਜਾਬ ਦੀ ਇੰਡੀਪੈਂਡੈਂਸ ਲਈ ਕਰਵਾਇਆ ਜਾ ਰਿਹਾ ਹੈ। SFJ ਦੇ ਮੁਤਾਬਕ ਉਮਰ 18 ਸਾਲ ਦੀ ਹੋਣੀ ਚਾਹੀਦੀ ਹੈ ਅਤੇ ਪੰਜਾਬ ਵਿੱਚ ਕਿਸੇ ਵੀ ਧਰਮ ਦੇ ਲੋਕ ਚਾਹੇ ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਦਲਿਤ ਇਹਦੇ ਵਿੱਚ ਜਿਹੜੀ ਹੈ ਰਜਿਸਟ੍ਰੇਸ਼ਨ ਕਰ ਸਕਦੇ ਹੈ ਅਤੇ ਪੰਜਾਬ ਤੋਂ ਬਾਹਰ ਕੇਵਲ ਸਿੱਖ ਜਿਹੜਾ ਹੈ ਕਰ ਸਕਦੇ ਹੈ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਔਰ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਜਦੋਂ ਵੀਡੀਓ ਪਾਉਂਦੇ ਹਾਂ ਤੁਹਾਡੇ ਤੱਕ ਪਹੁੰਚ ਸਕੇ। 4 ਜੁਲਾਈ ਤੋਂ ਸ਼ੁਰੂ ਕੀਤਾ ਗਿਆ, 11 ਜੁਲਾਈ ਤੋਂ ਫਿਰ ਇਹ ਹਰਿਆਣਾ ਦੇ ਵਿੱਚ ਸ਼ੁਰੂ ਕੀਤਾ ਗਿਆ। ਹੁਣ 19 ਜੁਲਾਈ ਤੋਂ ਅੱਜ 9 ਵਜੇ ਤੋਂ ਜਿਹੜਾ ਹੈ ਦਿੱਲੀ ਵਿੱਚ ਸ਼ੁਰੂ ਕੀਤਾ ਹੋਇਆ ਹੈ। ਗੁਰਦੁਆਰਾ ਬੰਗਲਾ ਸਾਹਿਬ ਤੋਂ, ਗੁਰਦੁਆਰਾ ਸੀਸਗੰਜ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕਰਨਾ ਸੀ ਔਰ ਕਈ ਸਾਰੇ ਜਿਹੜੇ ਸਿੱਖ ਖਾਲਿਸਤਾਨੀ ਜੋ ਸਮਰਥਕ ਹੈ ਉਹਨਾਂ ਨੇ ਪੰਜਾਬ ਤੋਂ, ਬਾਬਾ ਬਕਾਲਾ ਤੋਂ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਉਸ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਸੀ। ਇਹ ਜਿਹੜਾ ਹੁਣ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਹੈ ਇਹ ਕੈਨੇਡੀਅਨ ਜਿਹੜੀ ਪੋਰਟਲ ਹੈ ਕੈਨੇਡਾ ਦੀ ਹੈ ਉਸ ਤੋਂ ਸ਼ੁਰੂ ਕੀਤਾ ਗਿਆ ਹੈ। www.delhi-banega-khalistan.ca ਇਹ ਪਹਿਲੇ ਜਿਹੜਾ ਹੈ ਇਹ ਜਦੋਂ 4 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਹੈ ਰਸ਼ੀਅਨ ਪੋਰਟਲ ਤੋਂ ਸ਼ੁਰੂ ਕੀਤਾ ਗਿਆ ਸੀ। ਇਹ ਜੋ ਰਜਿਸਟ੍ਰੇਸ਼ਨ ਦਾ ਮਤਲਬ ਕੀ ਹੈ ਇਹ ਸਾਰਿਆਂ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਜੋ ਰੈਫਰੈਂਡਮ ਦਾ ਮਤਲਬ ਹੈ ਇੱਕ ਕੰਸੈਂਸਸ ਲੈਣਾ, ਸਿੰਪਲੀ ਲੋਕਾਂ ਦੀ ਰਾਏ ਲੈਣੀ, ਮਤ ਲੈਣੀ ਕਿ ਆਈਦਰ ਜਿਹੜਾ ਹੈ ਦੇ ਵਾਂਟ ਖਾਲਿਸਤਾਨ ਔਰ ਨੋਟ। ਉਹ ਇੰਡੀਪੈਂਡੈਂਸ ਪੰਜਾਬ ਚਾਹੁੰਦੇ ਹੈ, ਉਹ ਖਾਲਿਸਤਾਨ ਚਾਹੁੰਦੇ ਹੈ ਕਿ ਨਹੀਂ ਹੈ, ਸਿੰਪਲੀ ਇੱਕ ਮਤ ਹੈ ਉਹਨਾਂ ਦੀ ਜਿਹੜੀ ਹੈ, ਕਿਉਂਕਿ ਇਹ ਗੈਰ ਸਰਕਾਰੀ ਹੈ, ਕੋਈ ਸਰਕਾਰੀ ਤਾਂ ਹੈ ਨਹੀਂ ਹੈ। SFJ ਦੇ ਬਾਰੇ ਅਗਰ ਆਪਾਂ ਥੋੜ੍ਹਾ ਜਿਹਾ ਜਾਣਨਾ ਚਾਹੀਏ ਤਾਂ ਇਹ ਇੱਕ ਬਹੁਤ ਵੱਡਾ ਆਰਗੇਨਾਈਜੇਸ਼ਨ ਹੈ। ਸਿੱਖ ਫਾਰ ਜਸਟਿਸ ਦਾ ਜਿਹੜਾ ਹੈੱਡਕੁਆਟਰ ਹੈ ਇਹ ਅਮਰੀਕਾ ਦੇ ਵਿੱਚ ਹੈ, ਨਿਊਯਾਰਕ ਦੇ ਵਿੱਚ ਹੈ ਔਰ ਇਹਦਾ ਜਿਹੜਾ ਹੈੱਡ ਹੈ ਉਹ ਗੁਰਪਤਵੰਤ ਸਿੰਘ ਪੰਨੂ ਹੈ। ਇਹ ਲੀਗਲ ਐਡਵਾਈਜ਼ਰ ਵੀ ਹੈ। ਇਹਨਾਂ ਦੇ ਆਫਿਸ ਜਿਹੜੇ ਹੈ ਕਈ ਸਾਰੇ ਦੇਸ਼ਾਂ ਦੇ ਵਿੱਚ ਹੈ। ਬੇਸਿਕਲੀ ਇਹ ਇੱਕ ਜਿਹੜਾ ਹੈ ਹਿਊਮਨ ਰਾਈਟਸ ਐਡਵੋਕੇਸੀ ਗਰੁੱਪ ਹੈ। ਇਹ ਹਿਊਮਨ ਰਾਈਟਸ ਦੀ ਗੱਲ ਕਰਦੇ ਹੈ। 1984 ਤੋਂ ਸਿੱਖਾਂ ਦੇ ਕੇਸਾਂ ਦੀ ਪੈਰਵਾਈ ਵੀ ਕਰਦੇ ਆ ਰਹੇ ਹਨ ਔਰ ਕਈ ਸਾਰੇ ਇਹਨਾਂ ਨੇ ਸਿੱਖਾਂ ਦੀ ਮਦਦ ਵੀ ਕੀਤੀ ਹੈ। ਇਹ ਰੈਫਰੈਂਡਮ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਕਰਵਾਇਆ ਜਾ ਰਿਹਾ ਹੈ। ਇਹਨਾਂ ਦਾ ਪਰਪਸ ਕਿਸੇ ਦੇ ਉੱਤੇ ਗੋਲੀ ਚਲਾਉਣਾ ਨਹੀਂ, ਕਿਸੇ ਦੇ ਬੰਬ ਚਲਾਉਣਾ ਨਹੀਂ, ਕਿਸੇ ਨੂੰ ਮਾਰਨਾ ਨਹੀਂ,
जो कि पूरी तरह एक पीसफुल है, नॉन वायलेंट है, डेमोक्रेटिक है और एज पर जिहड़ा है ये इंटरनेशनल ला के मुताबिक है। हुण भारत सरकार ते पंजाब सरकार कैप्टन अमरिंदर सिंह भी एक पासे तो ये कह रहा है कि इस जिहड़ा है इहदा कोई वजूद नहीं है, कोई जिहड़ा है सिख खालिस्तान नहीं चाहुंदा, और दूसरे पासे जिहड़ा है कि पूरा जोर लग्या होया है कि इसनूं फेल किस तरीके दे नाल जिहड़ा है इसनूं कर दिता जावे। पहले जिहड़ा है SFJ नूं बैन किया गया, उस तो बाद गुरपतवंत सिंह पन्नू ते उहदे जिहड़े 8 जिहड़े होर साथी जिहड़े कि अलग अलग देशों दे विच रह रहे हैं, UAPA दे तहत उन्हां दे उत्ते जिहड़े उन्हां नूं टैरोरिस्ट डेजिग्नेट किया गया, उन्हां नूं टैरोरिस्ट जिहड़ा है वो डिकलेयर किया गया है, और ये SFJ नूं भी जिहड़ा है बैन कर दिता गया है। 40 जिहड़ियां वैबसाइट सी रशियन पोर्टल ते जिन्हां तो इन्हां ने शुरू करवाया सी वो ब्लॉक कर दित्तियां गईयां। हुण उन्हां दी जिहड़ी ऑनलाइन कंपाइन है और ये जो वॉइस कॉल करते हैं, रैंडम करते हैगे है, ये जिस तरह के भारत दीयां एजेंसियां कह रही है, भारत सरकार कह रही है कि रैंडम कॉल भी करते हैं लोगों नूं उस जिहड़ी है उन्हां दा समर्थन लैण वास्ते, वोटां पाउण वास्ते उन्हां नूं भी जिहड़ा है ब्लॉक किया जा रहा है। जिन्हां जिन्हां देशों दे विच ये रह रहे हैं उन्हां देशों दे नाल भी जिहड़ा है राबता कायम किया जा रहा है। पर पहले भी इस तरह होया सी, जदों लंडन डैकलरेशन होया सी तो UK की गवर्नमेंट दे नाल UK की गवर्नमेंट ते काफ़ी प्रैशर भी पाया सी, लैटर भी लिखिया सी, पर उन्होंने कहता सी कि ये पूरी तरह नॉन वायलेंट है, पीसफुल है और असी इसनूं जिहड़ा है ये साडे ला दे मुताबिक है और असी इसनूं रोक नहीं सकते। उन्हां देशों दे विच कुछ रूल एंड रेगूलेशन है, कोई उत्थे डेमोक्रेसी है, उत्थे हर इंसान नूं जिहड़ा है अपनी गल कहण दी पूरी जिहड़ी है आज़ादी है। इस करके उत्थे लोकां दी जिहड़ी आवाज़ है उसनूं दबाई नहीं जाती है, जिस तरह कि अपने देश दे विच हुंदा है। अपने देश की सुप्रीम कोर्ट भी ये कहती है कि तुसी खालिस्तान की गल कर सकते हो, जे गल जो है हिंदूत्व की हो सकती है, जे गल हिंदू राष्ट्र की हो सकती है, तो फिर खालिस्तान की गल क्यों नहीं हो सकती। इत्थे ते किसी ने जो है कोई वीडियो शेयर करती, किसी ने कोई लिटरेचर रख लिया, कोई लाइक करती, तां जिहड़े है UAPA के तहत जिहड़े है केस दर्ज किए जा रहे हैं, जो कि बहुत ही जिहड़ा इनजस्टिस हो रहा है। 4 जुलाई नूं जदों अकाल तख्त साहब तो शुरू करना सी ते आसे पासे पूरी जिहड़ी है फोर्स लगा दी गई, उत्थे अरदास करनी सी सिखां ने जाके, पर जिहड़ी है फोर्स लगा के बहुत सारे लोगों नूं अकाल तख्त साहब जिहड़ा है जाण तो रोक दिता गया। बहुत सारे सिखां दे अगेंस्ट में जिहड़ा है UAPA के तहत केस दर्ज करके उन्होंने जेलों के सुट दिता गया। जदों कि UAPA एक बहुत ही जिहड़ा है एक डेंजरस सैक्शन है, ये 12-12 महीने तो ये कोई जो है जमानत तक नहीं लगती है, ये कन्विक्शन बेशक नहीं होंदी है, पर 7-7 8-8 साल जदों किसी की जिहड़ी है जिंदगी जेलों के इस तरीके दे नाल टुर के निकल जाएगी, उसकी तो जिंदगी जिहड़ी है बर्बाद हो जाती है, कि जो कि बहुत ही गलत है। इस तरीके दे नाल जिहड़ा है सिखां नूं जिहड़ा है एक बदनाम किया जा रहा है, सिखां नूं जिहड़ा है टैरोरिस्ट कहा जा रहा है। ये गल समझ नहीं आती कि रेफरेंडम जिहड़ा है टैरोरिज्म किवें हो गया। हक सच की गल करनी है, जो 1947 तो बाद ही सिखां दे नाल वधीकियां होणियां शुरू हो गईयां, सिखां दे नाल वादा खिलाफी हुई। 1950 दे विच ही जिहड़ा है कॉन्स्टिट्यूशन दे विच सिखां नूं एक हिंदू लिख दिता गया। 1955 दे विच दरबार साहब ते अटैक हो जाता। 1966 दे विच इन्नियां जिहड़ियां है एक सिख सूबा लैण वास्ते इन्नियां धरने प्रदर्शन करने पैंदे, कुर्बानियां देनियां पैंदियां है। 1984 दे विच सिखां दी जैनोसाइड हुंदी है, और जे सिख हक मंगते हैं उन्होंने अतवादी वखवादी कह दिता जाता है। ये सारा जिहड़ा है सिखां दे नाल ये धक्का हो रहा है, ये जिहड़ा है इनजस्टिस हो रहा है। सिख जिहड़ा है रेफरेंडम की गल करने वाले वो किस तरीके दे नाल उन्होंने जो है टैरोरिस्ट डिकलेयर कर दिता गया। इस देश के विकास दुबे होया, सुधीर सूरी होया, ये अर्चना शास्त्री
ਹੋਰ ਕਿੰਨੇ ਸਾਰੇ ਜਿਹੜਾ ਹੈ ਕਿ ਉਹ ਟੈਰੋਰਿਸਟ ਨਹੀਂ ਹੈ। ਵਿਕਾਸ ਦੁਬੇ ਨੇ 8 ਬੰਦਿਆਂ ਨੂੰ ਮਾਰਨ ਤੋਂ ਬਾਅਦ ਵੀ 8 ਪੁਲਿਸ ਵਾਲਿਆਂ ਨੂੰ, ਉਹ ਟੈਰੋਰਿਸਟ ਨਹੀਂ ਹੈ। ਇਸ ਤੋਂ ਪਹਿਲੇ ਕਿੰਨੇ ਲੋਕਾਂ ਦਾ ਉਹਨੇ ਕਤਲੇਆਮ ਕੀਤਾ। ਸੁਧੀਰ ਸੂਰੀ ਵਰਗੇ ਜਿਹੜੇ ਹੈ ਸ਼ਰੇਆਮ ਹਥਿਆਰ ਜਿਹੜਾ ਦਿਖਾਉਂਦੇ ਹੈ ਸਿੱਖਾਂ ਦੇ ਅਗੇਂਸਟ ਵਿੱਚ, ਜ਼ਹਿਰ ਉਗਲਦੇ, ਉਹ ਟੈਰੋਰਿਸਟ ਕਿਉਂ ਨਹੀਂ। ਅਰਚਨਾ ਸ਼ਾਸਤਰੀ ਜਿਹੜੇ ਸਿੱਖਾਂ ਦੇ ਅਗੇਂਸਟ ਵਿੱਚ ਇੰਨੀ ਭੱਦੀ ਸ਼ਬਦਾਵਲੀ ਦਾ ਯੂਜ਼ ਕੀਤਾ, ਉਹ ਟੈਰੋਰਿਸਟ ਕਿਉਂ ਨਹੀਂ। ਇਹਨਾਂ ਦੇ ਅਗੇਂਸਟ ਵਿੱਚ ਸਾਰਿਆਂ ਦੇ UPA ਦੇ ਤਹਿਤ ਜਿਹੜਾ ਹੈ ਕੇਸ ਕਿਉਂ ਦਰਜ ਕਿਉਂ ਨਹੀਂ ਕੀਤੇ ਗਏ। ਇਹ ਜਿਹੜੀ ਹੈ ਸ਼ਿਵ ਸੈਨਾ ਹੈ, ਬਜਰੰਗ ਦਲ ਹੈ, ਵਿਸ਼ਵਾ ਹਿੰਦੂ ਪ੍ਰੀਸ਼ਦ ਹੈ, RSS ਹੈ, ਇਹ ਸਾਰੇ ਟੈਰੋਰਿਸਟ ਆਰਗੇਨਾਈਜੇਸ਼ਨ ਹੈ। ਇਹਨਾਂ ਨੂੰ ਕਿਉਂ ਨਹੀਂ ਬੈਨ ਕੀਤਾ ਹੋਇਆ। ਈਵਨ ਅਮਰੀਕਾ ਵੀ ਇਹਨਾਂ ਨੂੰ ਕਹਿੰਦਾ ਹੈ ਕਿ ਟੈਰਰਿਸਟ ਆਰਗੇਨਾਈਜੇਸ਼ਨ ਹੈ। 35% ਤੋਂ ਜ਼ਿਆਦਾ ਜਿਹੜੇ ਪਾਰਲੀਮੈਂਟ ਦੇ ਵਿੱਚ ਹੈ ਉਹ ਕ੍ਰਿਮੀਨਲ ਬੈਠੇ ਹੋਏ ਹਨ, ਟੈਰਰਿਸਟ ਬੈਠੇ ਹੋਏ ਹਨ, ਜਿਨ੍ਹਾਂ ਦੇ ਉੱਤੇ ਬਹੁਤ ਹੀ ਸੀਰੀਅਸ ਚਾਰਜਸ ਹੈ। ਕਈ MLA, ਕਈ CM ਜਿਹੜੇ ਹੈ, ਮਿਨਿਸਟਰ ਹੈ, ਜਿਹੜੇ ਕਈ ਇਹਦੇ ਵਿੱਚ ਸਿੱਖਾਂ ਦੀ ਜੈਨੋਸਾਈਡ ਦੇ ਵਿੱਚ, ਮਾਈਨੋਰਿਟੀ ਦੀ ਜੈਨੋਸਾਈਡ ਦੇ ਵਿੱਚ ਜਿਹੜੇ ਸ਼ਾਮਲ ਰਹੇ ਹੈ, ਉਹ ਅੱਜ ਪਾਰਲੀਮੈਂਟ ਦੇ ਵਿੱਚ ਬੈਠੇ, ਕੋਈ MLA, ਕੋਈ CM ਬਣ ਕੇ ਬੈਠਾ ਹੋਇਆ ਹੈ। ਜਾਣ ਬੁੱਝ ਕੇ ਸਿੱਖਾਂ ਨੂੰ ਜਿਹੜਾ ਹੈ ਟਾਰਗੇਟ ਕੀਤਾ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਜੋ ਹੈ ਇਸ ਦੇਸ਼ ਦੇ ਅੰਦਰ ਜਿਹੜਾ ਹੈ, ਚਾਹੇ ਉਹ ਮੁਸਲਮਾਨ ਹੋਣ, ਮਾਈਨੋਰਿਟੀਜ਼ ਜਿਹੜਾ ਹੈ, ਦਲਿਤ ਹੋਣ, ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕੁਚਲਿਆ ਜਾ ਰਿਹਾ ਹੈ, ਉਹਨਾਂ ਦੀ ਆਵਾਜ਼ ਨੂੰ ਜਿਹੜਾ ਹੈ ਦਬਾਇਆ ਜਾ ਰਿਹਾ ਹੈ। ਸਾਨੂੰ ਸਿੱਖਾਂ ਨੂੰ ਜਿਹੜਾ ਹੈ ਇੱਕ ਜਿਹੜਾ ਹੈ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇੱਕ ਧਰਮ ਦੇ ਲੋਕ ਉਹ ਕੁਛ ਵੀ ਕਰ ਲੈਣ, ਉਹ ਫਿਰ ਵੀ ਟੈਰਰਿਸਟ ਨਹੀਂ ਹੈ, ਔਰ ਸਿੱਖ ਕੁਛ ਵੀ ਨਾ ਕਰਨ ਫਿਰ ਵੀ ਟੈਰਰਿਸਟ ਹੈ ਜੋ ਹੈ ਉਹ। ਇਸ ਆਰਗੇਨਾਈਜੇਸ਼ਨ SFJ ਨੂੰ ISI ਦੇ ਨਾਲ ਜੋੜਿਆ ਜਾ ਰਿਹਾ ਹੈ। ਹਰ ਚੀਜ਼ ਨੂੰ ISI ਦੇ ਨਾਲ ਜੋੜ ਦਿੰਦੇ। ਉਹ ਆਪਰੇਟ ਕਰ ਰਹੇ ਹੈ, ਉਹਨਾਂ ਦਾ ਹੈੱਡਕੁਆਟਰ USA ਦੇ ਵਿੱਚ ਹੈ, ਕੋਈ ਜਰਮਨੀ ਦੇ ਵਿੱਚ ਬੈਠਾ, ਕੋਈ ਕੈਨੇਡਾ ਦੇ ਵਿੱਚ ਬੈਠਾ, ਕੋਈ UK ਦੇ ਵਿੱਚ ਬੈਠਾ ਹੈ, ਔਰ ਕਹਿ ਰਹੇ ਕਿ ISI ਫੰਡਿੰਗ ਕਰ ਰਹੀ ਹੈ। ਉਹ ਐਡੇ ਵੱਡੇ ਜਿਹੜੇ ਉੱਥੇ ਉਹਨਾਂ ਦੇ ਬਿਜ਼ਨਸ ਹੈ, ਉਹ IC ਇੱਕ ਪਾਸੇ ਤਾਂ ਪਾਕਿਸਤਾਨ ਨੂੰ ਕਹਿੰਦੇ ਰਹਿੰਦੇ ਕਿ ਦੇਸ਼ ਜਿਹੜਾ ਹੈ ਇੱਕਦਮ ਜਿਹੜਾ ਹੈ ਇਹ ਕੋਲ ਕੁਛ ਨਹੀਂ ਹੈ, ਕੰਗਾਲ ਦੇਸ਼ ਹੈ। ਤੇ ਫਿਰ ISI ਜਿਹੜਾ ਹੈ ਉਹ ਐਡੇ ਵੱਡੇ ਆਰਗੇਨਾਈਜੇਸ਼ਨ ਨੂੰ ਕਿੱਥੋਂ ਫੰਡਿੰਗ ਕਰੇਗਾ। ਇਹ ਕੁਆਇਟ ਨੌਨਸੈਂਸ ਹੈ ਜੀ। ਇਹ ਹਰ ਚੀਜ਼ ਨੂੰ ਜਿਹੜਾ ਹੈ ਪਾਕਿਸਤਾਨ ਦੇ ਨਾਲ ਜੋੜ ਦਿੰਦੇ ਹੈ। ਪਾਕਿਸਤਾਨ ਦੀ ਕੀ ਔਕਾਤ ਹੈ ਕਿ ਉਹਨਾਂ ਨੂੰ ਫੰਡਿੰਗ ਕਰ ਦੇਣੀ ਜਾਂ ISI ਨੇ ਫੰਡਿੰਗ ਕਰ ਦੇਣੀ। ਔਰ ਇਹਦੇ ਵਿੱਚ ਜਿਹੜੇ ਸਾਡੇ ਬਹੁਤ ਸਾਰੇ ਜਿਹੜੇ ਚਿਹਰੇ ਹੈ, ਜਿਨ੍ਹਾਂ ਨੂੰ ਸਿੱਖ ਆਪਣੇ ਲੀਡਰ ਸਮਝਦੇ ਹੈ, ਉਹਨਾਂ ਦੇ ਵੀ ਚਿਹਰੇ ਨੰਗੇ ਹੋ ਜਾਂਦੇ ਹਨ। ਪ੍ਰਕਾਸ਼ ਸਿੰਘ ਬਾਦਲ ਵਰਗੇ, ਸੁਖਬੀਰ ਸਿੰਘ ਬਾਦਲ ਵਰਗੇ, ਮਨਜਿੰਦਰ ਸਿੰਘ ਸਿਰਸਾ ਵਰਗੇ, ਇਹ ਦਾਦੂਵਾਲ ਵਰਗੇ ਜਿਹੜੇ ਜਥੇਦਾਰ ਬਣ ਕੇ ਬੈਠੇ ਆ, ਧਿਆਨ ਸਿੰਘ ਮੰਡ ਵਰਗੇ, ਇਹ ਚੁੱਪ ਕਿਉਂ ਹੈ ਜਦ ਇੰਨੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਨਜੀਤ ਸਿੰਘ GK ਉਹ ਕਿਹਦੇ ਅਗੇਂਸਟ ਵਿੱਚ ਹੈ ਕਿ ਉਹ ਰਾਜ ਕਰੇਗਾ ਖਾਲਸਾ, ਇਸ ਦੇ ਅਗੇਂਸਟ ਵਿੱਚ ਹੈ। ਉਸਨੇ ਧਰਨਾ ਪ੍ਰਦਰਸ਼ਨ ਕੀਤਾ, ਕਿਸ ਗੱਲ ਲਈ ਕੀਤਾ ਹੈ ਉਸਨੇ। ਕੁਛ ਜਿਹੜੇ ਲੋਕ ਹੈ ਜਿਹੜੇ ਹੱਕ ਸੱਚ ਦੀ ਗੱਲ ਕਰ ਰਹੇ ਹੈ। ਸੁਖਪਾਲ ਸਿੰਘ ਖਹਿਰਾ ਵਰਗੇ, ਉਹ ਗੁਰੂ ਦਾ ਉਪਦੇਸ਼ ਹੈ ਸਾਨੂੰ ਜੋ ਹੈ, ਗੁਰੂ ਨਾਨਕ ਪਾਤਸ਼ਾਹ ਨੇ ਬੇਸਿਕਲੀ ਚਲਾਏ ਸੱਚ ਧਰਮ ਹੈ। ਸੁਖਪਾਲ ਸਿੰਘ ਖਹਿਰਾ ਹੋਇਆ, ਧਰਮਵੀਰ ਗਾਂਧੀ ਹੋਇਆ, ਔਰ ਇਹਦੇ ਨਾਲ ਜਿਹੜੇ ਹੈ ਹੋਰ ਕਈ ਸਾਰੇ ਜਿਹੜੇ ਹੈ ਇਹਨਾਂ ਦੇ ਸਾਥੀ ਹੈ। ਉਹਨਾਂ ਨੇ ਜਿਹੜਾ ਹੈ ਜਿਹੜੇ ਨੌਜਵਾਨਾਂ ਨੂੰ ਨਜਾਇਜ਼ ਜਿਹੜਾ ਹੈ ਜੇਲ੍ਹਾਂ 'ਚ ਬੰਦ ਕੀਤਾ, ਜਿਨ੍ਹਾਂ ਦੇ ਉੱਤੇ UAPA ਲਗਾਏ, ਉਹਨਾਂ ਦੇ ਜਿਹੜਾ ਹੈ ਨਾਲ ਖੜੇ ਹੈ, ਉਹਨਾਂ ਦੀ ਹੱਕਾਂ ਦੀ ਗੱਲ ਕਰ ਰਹੇ ਹੈ, ਉਹਨਾਂ ਨੂੰ ਛੁਡਵਾਉਣ ਦੀ ਗੱਲ ਕਰ ਰਹੇ ਹੈ ਕਿ ਜੋ ਵੀ ਹੋ ਰਿਹਾ ਹੈ ਇਹ ਇਨਜਸਟਿਸ ਹੋ ਰਿਹਾ ਹੈ, ਇਹ ਜੋ ਹੈ ਨਹੀਂ ਹੋਣਾ ਚਾਹੀਦਾ। ਭਾਰਤ ਸਰਕਾਰ ਇਸ ਮੂਵਮੈਂਟ ਨੂੰ ਦਬਾਉਣ ਦੀ ਬਜਾਏ ਗਨ ਦੇ ਬਲ ਦੇ ਨਾਲ, ਤਾਕਤ ਦੇ ਬਲ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਬਜਾਏ ਜੋ ਜਿਹੜੀਆਂ ਜਾਇਜ਼ ਮੰਗਾਂ ਹੈ, ਜੋ ਵਾਅਦਾ ਖਿਲਾਫੀ ਹੋਈ ਹੈ ਸਿੱਖਾਂ ਦੇ ਨਾਲ, ਉਸ ਨੂੰ ਪੂਰਾ ਕਰਨ। ਔਰ ਜੇ ਸਿੱਖਾਂ ਦੀ ਜੋ ਜੈਨੋਸਾਈਡ ਹੋਈ ਹੈ, ਜੋ ਲੋਕ ਕਲਪਰੇਟ ਹੈ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣ, ਔਰ ਬੰਦੀ ਸਿੰਘਾਂ ਦੀ ਜਿਹੜੀ ਹੈ ਰਿਹਾਈ ਹੋਵੇ। ਜਿਹੜਾ ਹੈ ਜੋ ਸਿੱਖਾਂ ਦੀਆਂ ਡਿਮਾਂਡਸ ਹੈ, ਇਸ ਨਹੀਂ ਤੇ ਮੂਵਮੈਂਟ ਨੂੰ ਜਿਹੜਾ ਹੈ ਇਸ ਤਰੀਕੇ ਦੇ ਨਾਲ ਨਹੀਂ ਦਬਾਇਆ ਜਾ ਸਕਦਾ। ਔਰ ਇਸ ਜਿਹੜੀ ਹੱਕ ਸੱਚ ਦੀ ਲੜਾਈ ਹੈ, ਇਹਦੇ ਨਾਲ ਜਿਹੜਾ ਹੈ ਹਰ ਸਿੱਖ ਨੂੰ ਬੋਲਣ ਦੀ ਜ਼ਰੂਰਤ ਹੈ, ਜੁੜਨ ਦੀ ਜ਼ਰੂਰਤ ਹੈ। ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਅੱਜ ਦੇਸ਼ ਦੇ ਵਿੱਚ ਜਿਹੜਾ ਹੈ ਇਹ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ, ਸਿੱਖਾਂ ਦੇ ਨਾਲ ਹੋ ਰਿਹਾ ਹੈ, ਔਰ ਬਾਕੀ ਮਾਈਨੋਰਟੀਜ਼ ਦੇ ਨਾਲ ਵੀ ਹੋ ਰਿਹਾ ਹੈ, ਮੁਸਲਮਾਨਾਂ ਦੇ ਨਾਲ ਵੀ ਹੋ ਰਿਹਾ, ਦਲਿਤ ਦੇ ਨਾਲ ਵੀ ਹੋ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਹੈ ਇਸ ਮਾਰਗ ਦੇ ਉੱਤੇ ਚੱਲਣ ਵਾਸਤੇ ਹੀ ਕੰਡੀਸ਼ਨ ਲਗਾ ਦਿੱਤੀ ਸੀ ਪਹਿਲੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤੜੀ ਗੜੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਅੱਜ ਜਿਸ ਹਿਸਾਬ ਦੇ ਨਾਲ ਜਿਹੜੀ ਹੈ ਸਿੱਖਾਂ ਦੀ ਕੰਡੀਸ਼ਨ ਹੈ,
जिस तरह जो है पूरे भारत दे विच ही हर रोज़ कोई ना कोई ऐसा केस आउंदा है जिथे सिखां दे नाल जिहड़ा है इनजस्टिस हुंदा है। किहड़ी स्टेट है जिथे सिखां दे नाल अज वधीकी नहीं हो रही? गुजरात दे विचों नहीं उजाड़िया गया, उत्तराखंड दे विचों नहीं उजाड़िया गया, यूपी दे विचों भी हुण जिहड़ा है काफ़ी जिहड़ा सिखां दीयां फसलां बर्बाद कर दित्तियां गईयां। गुजरात हो गया, यूपी हो गया, मध्य प्रदेश हो गया, किन्ने गुरुद्वारे जिहड़ा है ढा दिते गए। साडे दरबार साहब अमृतसर नूं नहीं ढाया, गुरुद्वारा ज्ञान गोदड़ी, गुरुद्वारा मंगू मठ, गुरुद्वारा पत्थर साहब, गुरुद्वारा डांगमार साहब, मथुरा दे विच गुरुद्वारा एक ढाया जा रहा है। किन्ने सारे होर गुरुद्वारे जिहड़े है 300 गुरुद्वारे तो उस समय जिहड़ा है ढा दिते गए सन 1984 दे विच। ये जिहड़ा है बिल्कुल इहदे विच कोई शक नहीं है, इनजस्टिस हो रहा है। सिखां दे जख्मां दे उत्ते मलम लगाउण दी बजाए सगों जिहड़ा है होर उन्हां नूं ये टीज कीता जा रहा है। जम्मू एंड कश्मीर दे विच जिहड़ा है उत्थे 1947 तो बाद पहली बारी होया कि हमेशा जिहड़ा है एक सिख जिहड़ा सिविल सर्विस कमीशन UPSC दे विच जिहड़ा लिया जांदा सी, पर इस बार जिहड़ा है इन्हां ने BJP दी सरकार आ उत्थे नहीं लिया है। इनजस्टिस हो रहा है। हक सच दे जिहड़ा है नाल जुड़िए, इस आवाज़ नूं जिहड़ा है बुलंद करिए। मेरी वीडियो चंगी लगे इसनूं लाइक करना, शेयर करना और मेरे चैनल सुखदेव सिंह टाली नूं सबसक्राइब करना जी। वाहिगुरू जी का खालसा, वाहिगुरू जी की फतेह।